ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਇਨਸਾਫ ਮੋਰਚੇ ਦੀ। ਇਨਸਾਫ ਮੋਰਚੇ ਦੇ ਵਿੱਚ ਸਰਾਰੀ ਪਹੁੰਚੇ ਨੇ, ਜਿਨ੍ਹਾਂ ਦੇ ਬਾਰੇ ਪਿਛਲੇ ਦਿਨੀ ਚਰਚਾ ਸੀ ਕਿ ਖਬਰੇ ਕੈਬਨਿਟ ਦੇ ਵਿੱਚ ਰਹਿਣਗੇ ਜਾਂ ਨਹੀਂ। ਹੁਣ ਹੋਰ ਸਮਾਂ ਮੰਗ ਰਹੇ ਆ। ਪਹਿਲਾਂ ਸ਼ਾਇਦ ਸੰਧਵਾ ਮੰਗ ਕੇ ਆਏ ਹੋਰ ਸਮਾਂ। ਹਾਂਜੀ ਦੇਖੋ, ਸਮਾਂ ਮੰਗੀ ਜਾਂਦੇ ਆ, ਹਾਲ ਦੀ ਘੜੀ ਸਮਾਂ ਹੁਣ ਸਾਲ ਤੇ ਹੋ ਚੱਲਿਆ ਇਹਨਾਂ ਨੂੰ। ਸਮਾਂ ਮੈਨੂੰ ਤੇ ਲੱਗਦਾ ਕਿ ਗਾਂ 5 ਸਾਲ ਦਾ ਸਮਾਂ ਹੋਰ ਨਾ ਮੰਗ ਲੈਣ ਜੀ ਕਿ 4 ਤੇ ਆ ਦਿਓ, ਸਾਨੂੰ 5 ਹੋਰ ਦੇ ਦਿਓ, ਜੀ ਜਿਹੜਾ ਹਿਸਾਬ ਕਿਤਾਬ ਨਾਲ ਚੱਲਣ ਡਏ ਨੇ। ਤਾਂ ਖੈਰ ਦੇਖੋ, ਇਹ ਉੱਥੇ ਪਹੁੰਚੇ ਇਨਸਾਫ ਮੋਰਚਾ ਚ ਕਿਉਂਕਿ ਉਹਨਾਂ ਨੇ ਬਠਿੰਡਾ ਅੰਮ੍ਰਿਤਸਰ ਹਾਈਵੇ ਜਾਮ ਕਰ ਦਿੱਤਾ ਸੀਗਾ ਤੇ ਇਹਨਾਂ ਨੇ ਜਾ ਕੇ ਸਮਾਂ ਮੰਗਿਆ ਕਿ ਬਈ ਸਾਨੂੰ 2 ਮਹੀਨੇ ਦਾ ਸਮਾਂ ਦੇ ਦਿਓ। ਕਹਿੰਦੇ ਕਿ 2 ਮਹੀਨੇ ਦਾ ਕੋਈ ਸਮਾਂ ਨਹੀਂ ਹੈਗਾ, 7 ਜਨਵਰੀ ਤੱਕ ਜੇ ਤੁਸੀਂ ਇਨਸਾਫ ਦਿੱਤਾ ਤੇ ਠੀਕ ਹੈ, ਨਹੀਂ ਤੇ ਅਸੀਂ ਆਪਣਾ ਸੰਘਰਸ਼ ਤੇਜ਼ੀ ਨਾਲ ਵਿੱਢਾਂਗੇ। ਤਾਂ ਇਹਨਾਂ ਨੇ ਜਾ ਕੇ ਹਵਾਲਾ ਦਿੱਤਾ ਸੀਗਾ ਕਿ ਵੇਖੋ, ਗੱਲ ਇਹ ਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਹਰ ਸਾਲ ਜੋ ਸ਼ਹੀਦੀ ਜੋੜ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਤਾਂ ਉਹਦੇ ਕਰਕੇ ਆਵਾਜਾਈ ਪ੍ਰਭਾਵਿਤ ਹੋਏਗੀ। ਹੁਣ ਉਹ ਦਿਨ ਆ ਚੁੱਕੇ ਨੇ, ਨੇੜੇ ਆ ਜਾਣੇ ਨੇ, ਤਾਂ ਤੁਸੀਂ ਇਸ ਤੋਂ ਮਤਲਬ ਕਿ ਪਲੀਜ਼ ਸੜਕ ਤੋਂ ਹਟ ਜਾਓ। ਤਾਂ ਉਹਨਾਂ ਨੇ ਚਲੋ ਇੱਕ ਵਾਰੀ ਗੱਲ ਮੰਨ ਲਈ। ਇਨਸਾਫ ਮੋਰਚਾ ਵਾਲੇ ਅੱਛੇ ਆਗੂ ਨੇ, ਮੈਂ ਤਾਂ ਉਹਨਾਂ ਨੂੰ ਸਮਝਦਾ ਕਿ ਸਮੇਂ ਦਰ ਸਮੇਂ ਉਹ ਇਸ ਤਰ੍ਹਾਂ ਦੀ ਫਲੈਕਸੀਬਿਲਿਟੀ ਦਿਖਾਉਂਦੇ ਆ, ਲਚਕੀਲਾਪਣ ਦਿਖਾਉਂਦੇ ਆ। ਤਾਂ ਹੁਣ 7 ਜਨਵਰੀ ਤੱਕ ਉਹਨਾਂ ਨੇ ਸਮਾਂ ਦਿੱਤਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ 7 ਜਨਵਰੀ ਅੱਗੇ ਕੁਲਤਾਰ ਸੰਧਵਾ, ਹੁਣ ਕੁਲਤਾਰ ਸੰਧਵਾ ਤੇ ਉਸ ਮੂੰਹ ਨਾਲ ਜਾ ਨਹੀਂ ਸਕਦਾ। ਹੁਣ ਸਰਾਰੀ ਹੈ ਤੇ ਸਰਾਰੀ ਪਤਾ ਨਹੀਂ 7 ਜਨਵਰੀ ਤੱਕ ਰਹੇਗਾ ਕਿ ਨਹੀਂ। ਉੱਥੇ ਕੋਈ ਤੀਸਰਾ ਹੋ ਰਿਹਾ ਜੀ, ਮੰਤਰੀ ਕਹਿੰਦਾ ਮੁੱਕਰ ਚੱਲੇ ਆ, 18 ਹੋ ਜਾਣੇ ਆ, 14-15 ਤੇ ਹੋਣੇ, 2-3 ਹੋਰ ਲੈ ਲੈਣਗੇ। ਤਾਂ ਗੱਲ ਇਹ ਆ ਕਿ ਸਮਾਂ ਲਈ ਜਾਂਦੇ, ਸਮਾਂ ਅੱਗੇ ਬਥੇਰਾ ਲੈ ਲਿਆ। ਚਲੋ ਠੀਕ ਹੈ, ਤੁਸੀਂ ਨਵੇਂ ਆਏ ਸਰਕਾਰ ਚ, ਤੁਹਾਡਾ ਹੱਕ ਵੀ ਬਣਦਾ ਕੋਈ ਸਮਾਂ ਲੈ ਲਓ, ਪਰ ਇੱਕ ਵਾਰੀ ਸਮਾਂ ਲੈ ਲੈਂਦੇ ਨਾ, ਉਹ ਬਿਹਤਰ ਆ ਕਿ ਭਾਈ ਸਾਨੂੰ ਇੰਨਾ ਸਮਾਂ ਲੱਗੇਗਾ ਤੇ ਅਸੀਂ ਨਵੇਂ ਆਏ ਆ, ਸੱਤਾ ਚਲਾਉਣ ਆਏ ਆ, ਪਹਿਲਾਂ ਥੋੜਾ ਜਿਹਾ ਕੰਮ ਸੈੱਟ ਕਰ ਲਈਏ, ਫਿਰ ਤੁਹਾਨੂੰ ਅਸੀਂ ਇਨਸਾਫ ਤੱਕ ਪਹੁੰਚਾ ਕੇ ਰਹਾਂਗੇ, ਤਾਂ ਆਪੇ ਅਗਲਾ ਖੱਜਲ ਖੁਆਰ ਨਾ ਹੁੰਦਾ। ਸੋ ਇਹ ਵੀ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਲੰਬੇ ਸਮੇਂ ਤੋਂ ਚੱਲਦਾ ਹੋਇਆ ਇਨਸਾਫ ਮੋਰਚਾ ਹੈ। ਤਾਂ ਖੈਰ ਉਧਰ ਦੂਸਰੇ ਪਾਸੇ ਲੰਬੇ ਸਮੇਂ ਤੋਂ ਚੱਲ ਰਿਹਾ ਜ਼ੀਰਾ ਧਰਨਾ ਵੀ ਜਿਹੜਾ ਹੈ ਉਹ ਵੀ ਤਕਰੀਬਨ ਇਖਤਤਾਮ ਤੇ ਪਹੁੰਚ ਗਿਆ ਵਾ ਕਿ ਹੁਣ ਥੋੜੀ ਦੇਰ ਪਹਿਲਾਂ ਹੀ ਮੈਂ ਦੇਖ ਰਿਹਾ ਸੀਗਾ ਕਿ ਆ ਗਏ ਬੰਦੇ ਬਾਹਰ, ਸ਼ਾਇਦ ਕੁਝ ਮਿੰਟ ਪਹਿਲਾਂ। ਤਾਂ ਲੰਬੀ ਮੀਟਿੰਗ ਜਿਹੜੀ ਆ ਮੁੱਖ ਮੰਤਰੀ ਨਾਲ ਹੋਈ ਆ। ਬਾਕੀ ਦੇਖੋ ਹੁਣ ਵਾਈਟਸ ਵਗੈਰਾ ਤੇ ਸੁਣ ਨਹੀਂ ਸਕਦੇ ਟੈਲੀਵਿਜ਼ਨ ਚ, ਲੱਗਦਾ ਆ ਕਿ ਸ਼ਾਇਦ ਭਲਕ ਤੱਕ ਉਧਰੋਂ ਵੀ ਕੋਈ ਨਾ ਕੋਈ ਹੱਲ ਹੋ ਸਕਦਾ ਹੈ, ਕਿਉਂਕਿ ਮੁੱਖ ਮੰਤਰੀ ਦੇ ਨਾਲ ਜਦੋਂ ਮੀਟਿੰਗ ਹੋ ਜਾਂਦੀ ਆ ਤਾਂ ਤੁਹਾਨੂੰ ਪਤਾ ਕਿ 90% ਮਸਲਾ ਹੱਲ ਹੋ ਹੀ ਜਾਂਦਾ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ। ਤੇ ਪਰ ਕੇਰਾਂ ਤਾਂ ਉੱਥੇ ਹਾਲਾਤ ਜਿਹੜੇ ਉਹ ਕਾਫੀ ਸੰਜੀਦਾ ਹੋ ਗਏ ਸਨ, ਕਾਫੀ ਗੰਭੀਰ ਹੋ ਗਏ ਸਨ। ਕਹਿੰਦੇ ਸੀ ਵਾਟਰ ਕੈਨਨ, ਘੋੜਿਆਂ ਵਾਲੀ ਪੁਲਿਸ, ਹੋਰ ਵਾਹਵਾ ਕੁਛ ਉੱਥੇ ਪਹੁੰਚ ਗਿਆ ਸੀ ਪ੍ਰਸ਼ਾਸਨ ਤਰਫੋਂ। ਉਹ ਦੇਖੋ ਗੱਲ ਕੀ ਹੈ ਕਿ ਇਹ ਹੁੰਦਾ ਹੈ ਕਿ ਸਰਕਾਰ ਜਦੋਂ ਫਸ ਜਾਂਦੀ ਹੈ ਨਾ ਹਜ਼ੂਰ, ਤਾਂ ਫਿਰ ਇਹ ਸਾਰਾ ਕੁਝ ਹੁੰਦਾ ਆ। ਉਹਨਾਂ ਦੀ 20 ਤਰੀਕ ਆ, ਅੱਗੇ ਕੋਰਟ ਨੇ 5 ਕਰੋੜ ਕੀਤਾ ਸੀ ਜੁਰਮਾਨਾ, ਫਿਰ ਇਹਨਾਂ ਨੂੰ ਪਾਤਾ 15 ਕਰੋੜ ਕਿ 15 ਕਰੋੜ ਰੁਪਈਆ ਕੇ ਜਮਾ ਕਰਾਓ, ਜਿੰਨਾ ਵੀ ਉਹਨਾਂ ਦਾ ਲਾਸ ਹੁੰਦਾ ਤੁਸੀਂ ਭਰੀ ਚੱਲੋ, ਕਿਉਂਕਿ ਤੁਸੀਂ ਧਰਨਾ ਉੱਥੋਂ ਹਟਾ ਨਹੀਂ ਰਹੇ। ਕਿਉਂਕਿ ਹਾਈ ਕੋਰਟ ਨੇ ਕਿਹਾ ਸੀਗਾ ਕਿ ਇੰਨੀ ਦੂਰੀ ਤੈਅ ਕਰ ਦਿੱਤੀ ਸੀ, ਹੁਣ ਮੈਨੂੰ ਐਗਜ਼ੈਕਟ ਪਤਾ ਨਹੀਂ ਹੈ, ਤੇ ਉੱਥੇ ਜਾ ਕੇ ਧਰਨਾ ਲਾ ਲੈਣ ਤਾਂ ਕਿ ਉਹਨਾਂ ਦਾ ਕੰਮਕਾਰ ਪ੍ਰਭਾਵਿਤ ਨਾ ਹੋਵੇ ਤੇ ਉਹਨਾਂ ਦਾ ਜਿਹੜਾ ਰਾਈਟ ਟੂ ਪ੍ਰੋਟੈਸਟ ਹੈ ਉਹ ਵੀ ਸੁਰੱਖਿਅਤ ਰਹੇ। ਹੁਣ ਗੱਲ ਤੇ ਇਹ ਹੈ ਕਿ ਸਰਕਾਰ ਕਿਸੇ ਪਾਸੇ ਵੀ ਨਾ ਹੋਈ, ਨਾ ਤਾਂ ਹੁਕਮ ਦਾ ਪਾਲਣ ਕਰਵਾ ਸਕੀ ਤੇ ਨਾ ਆਪਣੇ ਨਾਗਰਿਕਾਂ ਨੂੰ ਜਿਹੜੇ ਉਹ ਪਿੰਡੋਂ ਬੈਠੇ ਨੇ, ਨਾ ਉਹਨਾਂ ਨੂੰ ਸੰਤੁਸ਼ਟ ਕਰਾ ਪਾਈ। ਤਾਂ ਹੁਣ 20 ਤਰੀਕ ਨੂੰ ਫੇਰ ਪੇਸ਼ ਹੋਣਾ, ਅਗਲੇ ਕੰਟੈਂਪਟ ਆਫ ਕੋਰਟ ਦੇ ਵਿੱਚ ਖਿੱਚ ਲੈਣਗੇ ਤਾਂ ਜਵਾਬ ਵੀ ਦੇਣਾ ਹੈ ਨਾ। ਹੁਣ ਮੁੱਖ ਮੰਤਰੀ ਨੇ ਸੱਦ ਲਿਆ, ਕੀ ਗੱਲ ਹੈ, ਅੱਗੇ 146 ਦਿਨ ਤੋਂ ਬੈਠੇ ਬੰਦੇ ਨਹੀਂ ਸੀ ਦਿਸੇ, ਜੀ ਪਹਿਲਾਂ ਹੀ ਬੁਲਾ ਕੇ। ਇਹ ਤਾਂ ਚੁਟਕੀਆਂ ਦਾ ਕੰਮ ਹੈ ਮੁੱਖ ਮੰਤਰੀ ਦਾ। ਮੁੱਖ ਮੰਤਰੀ ਦੀ ਗੱਲ ਬਹੁਤ ਵੱਡੀ ਗੱਲ ਹੁੰਦੀ ਹੈ। ਤੁਸੀਂ ਟੇਬਲ ਤੇ ਬੁਲਾਉਂਦੇ ਉਹਨਾਂ ਨੂੰ, ਨਾਲ ਫੈਕਟਰੀ ਵਾਲਿਆਂ ਨੂੰ ਬੁਲਾ ਲੈਂਦੇ ਕਿ ਬਾਈ ਗੱਲ ਆ ਤੇ ਆਹ ਕਮੇਟੀ ਬਣੀ ਪਈ ਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਤਸੱਲੀ ਕਰਾਉਣੀ ਆ, ਤੇ ਜਦੋਂ ਤਸੱਲੀ ਹੋ ਜਾਵੇ ਆਪੇ ਪਿੰਡੂ ਉੱਠ ਜਾਣਗੇ। ਉਹਨਾਂ ਦਾ ਵਿਚਾਰਿਆਂ ਦਾ ਸ਼ੌਂਕ ਹੈ ਉੱਥੇ ਤਪੜਾ ਤੇ ਰੁਲਣ ਦਾ।